ਸਾਬਕਾ ਐਮਐਲਏ ਐਸਜੀਪੀਸੀ ਮੈਂਬਰ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨਾਲ ਵੱਖ-ਵੱਖ ਭਖਵੇਂ ਮੁੱਦਿਆਂ ਤੇ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਜਨਰਲ ਸਕੱਤਰ ਸੋਹਣ ਸਿੰਘ ਠੰਡਲ ਨਾਲ ਭਖਵੇਂ ਮੁੱਦਿਆਂ ਤੇ ਦਲਜੀਤ ਅਜਨੋਹਾ ਵੱਲੋਂ ਗੱਲਬਾਤ। ਫਾਇਰ ਨਿਊਜ਼ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋर्ट। सर ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਆ ਆਪ ਜੀ ਆਪਣੇ ਵਿਧਾਇਕ ਹੋਣ ਦੇ ਕਾਰਜਕਾਲ ਵਿੱਚ ਲਿਆਏ ਸੀ, ਅੱਜ ਉਹਦੀ ਹਾਲਤ ਬੜੀ ਖਸਤਾ ਆ, ਨਾਜ਼ੁਕ ਹਾਲਤ ਦੇ ਵਿੱਚ ਆ, ਨਸ਼ੇੜੀਆਂ ਦਾ ਅੱਡਾ ਬਣਿਆ ਆ ਤੇ ਜਦੋਂ ਤੁਸੀਂ ਉਹਦੇ ਵਾਸਤੇ ਕਿੱਦਾਂ ਤੁਸੀਂ ਕੋਸ਼ਿਸ਼ ਕੀਤੀ, ਕਿੱਦਾਂ ਉਪਰਾਲਾ ਕੀਤਾ ਤੇ ਹੁਣ ਉਹਦੇ ਹਾਲਾਤ ਇਸ ਤਰ੍ਹਾਂ ਕਰਨ ਲਈ ਤੁਸੀਂ ਕੀ ਕਰ ਰਹੇ? ਜਦੋਂ ਮੈਂ 2012 ਦੇ ਵਿੱਚ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ, ਉਸ ਵੇਲੇ ਮਾਲਪੁਰ ਤੇ ਜਿੰਨੇ ਇਲਾਕੇ ਦੇ ਪਿੰਡ ਸੀਗੇ ਉਹਨਾਂ ਸਾਰਿਆਂ ਦੀ ਇਹ ਡਿਮਾਂਡ ਸੀ ਲੋਕਾਂ ਦੀ ਕਿ ਮਾਲਪੁਰ ਫੁੱਟਬਾਲ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਔਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਆ। ਇੱਥੇ ਇੱਕ ਬਹੁਤ ਵਧੀਆ ਸਟੇਡੀਅਮ ਬਣਨਾ ਚਾਹੀਦਾ, ਜਿਵੇਂ ਲੁਧਿਆਣਾ, ਬਠਿੰਡਾ, ਜਲੰਧਰ ਦੇ ਵਿੱਚ ਆਲੀਸ਼ਾਨ ਸਟੇਡੀਅਮ ਬਣੇ ਆ, ਉਹੋ ਜਿਹਾ ਸਟੇਡੀਅਮ ਜਿਹੜਾ ਮਾਲਪੁਰ ਦੇ ਵਿੱਚ ਬਣਨਾ ਚਾਹੀਦਾ। ਉਹਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਇਹ ਕੁਐਸਚਨ ਰੱਖਿਆ ਤੇ ਉੱਥੇ ਜਦੋਂ ਮੈਂ ਜਾ ਕੇ ਦੱਸਿਆ ਕਿ ਮਾਲਪੁਰ ਇਲਾਕੇ ਨੇ ਨਾਮੀ ਖਿਡਾਰੀ ਪੈਦਾ ਕੀਤੇ ਆ। ਜਰਨੈਲ ਸਿੰਘ, ਓਲੰਪੀਅਨ ਜਰਨੈਲ ਸਿੰਘ ਜੋ ਏਸ਼ੀਆ ਦੇ ਕਪਤਾਨ ਰਹੇ, ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ, ਅਰਜਨਾ ਅਵਾਰਡ ਉਹਨਾਂ ਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਗੁਰਦੇਵ ਸਿੰਘ ਗਿੱਲ ਜਿਨ੍ਹਾਂ ਨੂੰ ਅਰਜਨਾ ਅਵਾਰਡ ਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਨਵਾਜਿਆ ਗਿਆ, ਤੇ ਮਨਜੀਤ ਸਿੰਘ ਜਿਹੜੇ ਕਿ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ। ਤੇ ਇੱਕ ਉਹ ਸਮਾਂ ਸੀ ਜਿਸ ਵੇਲੇ 11 ਖਿਡਾਰੀਆਂ ਦੇ ਵਿੱਚੋਂ 8 ਖਿਡਾਰੀ ਮਾਲਪੁਰ ਸ਼ਹਿਰ ਤੇ ਇਲਾਕੇ ਦੇ ਨਾਲ ਸੰਬੰਧਿਤ ਉਹ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ 'ਚ ਦਿਖਾਇਆ ਕਰਦੇ ਸੀ। ਤੇ ਜਦੋਂ ਮੈਂ ਇਹ ਕੁਐਸਚਨ ਕੀਤਾ ਇਹਦਾ, ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਡਿਪਟੀ ਮੁੱਖ ਮੰਤਰੀ, ਉਹਨਾਂ ਦੇ ਕੋਲ ਸਪੋਰਟਸ ਦਾ ਮਹਿਕਮਾ ਸੀ। ਤੇ ਜਦੋਂ ਮੈਂ ਸਾਰਾ ਕੁਝ ਦੱਸਿਆ ਕਿ ਉਹਨਾਂ ਨੂੰ ਦੱਸਿਆ ਕਿ ਅੱਜ ਵੀ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਆ ਹਿੰਦੁਸਤਾਨ ਦੇ ਵੱਡੇ ਕਲੱਬਾਂ ਦੇ ਵਿੱਚ ਉਹ ਖੇਡਦੇ ਆ, ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਔਰ ਵਰਲਡ ਪੱਧਰ 'ਤੇ ਵੀ ਉਹਨਾਂ ਨੇ ਨਾਂ ਰੋਸ਼ਨ ਕੀਤਾ। ਸਾਡੇ ਨੌਜਵਾਨਾਂ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇਹ ਫੁੱਟਬਾਲ ਕਲੱਬ ਬਣਾਏ ਆ ਤੇ ਉੱਥੇ ਵੀ ਖਿਡਾਰੀ ਪੈਦਾ ਕੀਤੇ ਆ। ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਫੁੱਟਬਾਲ ਦੀ ਗੇਮ ਹੈ ਜਿਹੜੀ ਨਸ਼ਾ ਰਹਿਤ ਖੇਡੀ ਜਾਂਦੀ ਆ, ਕਬੱਡੀ ਆ, ਕਬੱਡੀ ਨੂੰ ਮਾਨਤਾ ਦਿੱਤੀ ਗਈ ਆ, ਕਬੱਡੀ ਜਿਹੜੀ ਆ ਖਿਡਾਰੀ ਇੰਜੈਕਸ਼ਨ ਲਾ ਕੇ ਖੇਡ ਮੈਦਾਨ ਦੇ ਵਿੱਚ ਪ੍ਰਦਰਸ਼ਨ ਦਿਖਾਉਂਦੇ ਆ ਤੇ ਫੁੱਟਬਾਲ ਨਸ਼ਾ ਰਹਿਤ ਖੇਡਿਆ ਜਾਂਦਾ। ਤੇ ਜਦੋਂ ਮੈਂ ਗੱਲ ਉਹਨਾਂ ਨੂੰ ਆਖੀ ਤੇ ਮੈਨੂੰ ਉਹਨਾਂ ਨੇ ਆਖਿਆ ਕਿ ਜ਼ਮੀਨ ਹੈ। ਮੈਂ ਕਿਹਾ ਬਿਲਕੁਲ, ਸਾਡਾ ਸੀਨੀਅਰ ਸੈਕੰਡਰੀ ਸਕੂਲ ਆ, ਸਾਡੇ ਕੋਲ ਜ਼ਮੀਨ ਵੀ ਹੈਗੀ ਆ। ਤੇ ਉਹਨਾਂ ਨੇ ਆਖਿਆ ਕਿ ਵਧੀਆ ਤੁਹਾਨੂੰ ਸਟੇਡੀਅਮ, ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਜਿਹੜਾ ਇਸ ਦਿੰਦੇ ਨੇ, ਉਹਨੇ ਮਨਜ਼ੂਰ ਕਰ ਦਿੱਤਾ। ਮਨਜ਼ੂਰ ਕਰਕੇ ਨਾਲ ਉਹਦਾ ਸ਼ੁਰੂਆਤ ਕਰਾਤੀ ਔਰ ਉਹਦਾ ਨੀਂਹ ਪੱਥਰ ਰੱਖਤਾ ਔਰ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ। ਅੱਧ ਦੇ ਲਗਭਗ ਸਟੇਡੀਅਮ ਬਣ ਗਿਆ। ਅੱਜ ਜਦ ਤੋਂ ਸਾਡੀ ਸਰਕਾਰ ਚੱਲ ਗਈ ਆ, ਅੱਜ ਸਟੇਡੀਅਮ ਉਹ ਨਸ਼ੇੜੀਆਂ ਦਾ ਅੱਡਾ ਬਣਿਆ ਆ। ਨਸ਼ੇੜੀ ਉੱਥੇ ਲੁਕ ਛੁਪ ਕੇ ਆਪਣੇ ਇੰਜੈਕਸ਼ਨ ਲਾਉਂਦੇ ਆ ਤੇ ਕਾਂਗਰਸ ਸਰਕਾਰ ਜਿਹੜੀ ਸੁੱਤੀ ਪਈ ਆ। ਅੱਜ ਤੱਕ ਇਹਨਾਂ ਨੇ ਖਿਡਾਰੀਆਂ ਨੂੰ ਵੀ ਇਨਸਾਫ ਨਹੀਂ ਦਿੱਤਾ। ਇਸ ਕਰਕੇ ਸਾਡੀ ਇਹ ਪੁਰਜ਼ੋਰ ਮੰਗ ਆ ਕਿ ਫੁੱਟਬਾਲ ਸਟੇਡੀਅਮ ਬਣਾ ਕੇ ਇਹ ਖਿਡਾਰੀਆਂ ਵਾਸਤੇ ਇਹ ਦੇਣਾ ਚਾਹੀਦਾ ਕਿ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਹੋਣ, ਵਧੀਆ ਗੇਮਾਂ ਦੇ ਪਾਸੇ ਜਾ ਕੇ ਚੰਗਾ ਪ੍ਰਦਰਸ਼ਨ ਦਿਖਾਉਣ। ਉਹਦੇ ਵਾਸਤੇ ਜਿਹੜੇ ਅਸੀਂ ਉਪਰਾਲੇ ਕੀਤੇ ਆ, ਉਹ ਕਾਂਗਰਸ ਸਰਕਾਰ ਨੂੰ ਵੀ ਉਪਰਾਲਾ ਪੂਰਾ ਕਰਨਾ ਚਾਹੀਦਾ। ਸਰ ਹੋਰ ਵੀ ਇਹ ਸਟੇਡੀਅਮ ਦੇ ਨਾਲ ਇੱਕ ਹੋਰ ਵੀ ਕਈ ਕੰਮ ਆ ਜਿਹੜੇ ਤੁਹਾਡੇ ਸਰਕਾਰ ਵੱਲੋਂ ਅਕਸਰ ਜਦੋਂ ਸੱਤਾ ਦੇ ਵਿੱਚ ਸ਼ੁਰੂ ਕੀਤੇ ਜਾਂਦੇ ਆ, ਬਦਕਿਸਮਤੀ ਨਾਲ ਜਦੋਂ ਸਰਕਾਰ ਬਦਲਦੀ ਆ ਉਹ ਵਿੱਚ ਦੇ ਵਿੱਚ ਪੈਂਡਿੰਗ ਰਹਿ ਜਾਂਦੇ। ਜਿਵੇਂ ਸ਼੍ਰੀ ਕੁਰਾਲਗੜ੍ਹ ਸਾਹਿਬ ਉਹਦੇ ਵਿੱਚ ਵੀ ਆ, ਹੋਰ ਵੀ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਜਿਹੜੇ ਕੰਮ ਆ ਉਹ ਰੁਕੇ ਪਏ ਆ। ਉਹਨਾਂ ਲਈ ਵੀ ਜਿਵੇਂ ਹੁਣ ਤੁਸੀਂ ਇਸ ਵੇਲੇ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਹੁਣ ਕੰਮ ਕਰਦੇ ਹੋ ਕਿ ਤੁਸੀਂ ਗੱਲ ਕੀਤੀ ਆ ਵੀ ਸਟੇਡੀਅਮ ਦੀ ਗੱਲ ਕਰਦੇ ਹੋ, ਤੇ ਹੋਰ ਆਪਾਂ ਕਿਹੜੇ ਉਪਰਾਲੇ ਕੀ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਤੇ ਜਿਹੜੀ ਕਾਂਗਰਸ ਸਰਕਾਰ ਤੁਹਾਡੇ ਕੰਮਾਂ ਨੂੰ ਰੋਕ ਲਾਉਂਦੀ, ਇਹਦਾ ਕੀ ਕਾਰਨ ਕੀ ਆ ਜਦ ਕਿ ਉਹ ਜਨਹਿਤ ਦੇ ਕੰਮ ਹੁੰਦੇ ਆ? ਦੇਖੋ, ਸਾਡਾ ਜਿਹੜਾ ਇਹ ਦੁਆਬਾ ਛੋਟੇ ਕਿਸਾਨ ਆ, ਪਾਣੀ ਦਾ ਲੈਵਲ ਬੜਾ ਡਾਊਨ ਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੰਢੀ ਨਹਿਰ ਦਾ ਨੀਂਹ ਪੱਥਰ ਰੱਖਿਆ ਸੀਗਾ। ਜਦੋਂ ਸਟੋਨ ਰੱਖਿਆ ਤੇ ਮੈਂ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਵਿਧਾਨ ਸਭਾ ਦੇ 38 ਸਾਲ ਹੋ ਗਏ ਤੁਹਾਨੂੰ ਸਟੋਨ ਰੱਖੇ ਨੂੰ, ਇਹ ਸਾਨੂੰ ਕਦੋਂ ਕੰਢੀ ਨਹਿਰ ਚਾਲੂ ਕਰਕੇ ਦੇਵੋਗੇ? ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ 1 ਸਾਲ ਦੇ ਵਿੱਚ ਚਾਲੂ ਕਰਕੇ ਦੇਵਾਂਗੇ, ਆਪਣੇ ਰਹਿੰਦੇ ਸਮੇਂ ਦੇ ਚਾਲੂ ਕਰਾਂਗੇ। ਤੇ ਕੰਢੀ ਨਹਿਰ ਮੁੱਖ ਮੰਤਰੀ ਜੀ ਨੇ ਚਾਲੂ ਕਰਕੇ ਦਿੱਤੀ। ਆਖਰੀ ਨੱਕੇ ਤੱਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀ। 3.5 ਸਾਲ ਦਾ ਸਮਾਂ ਹੋ ਗਿਆ ਸਾਡੀ ਸਰਕਾਰ ਗਈ ਨੂੰ, ਅੱਜ ਕੰਢੀ ਨਹਿਰ ਸੁੱਕੀ ਪਈ ਆ। ਸਰ ਇਹ 38 ਸਾਲ ਦਾ ਸਵਾਲ ਜਿਹੜਾ ਆ ਨਹਿਰ ਦਾ ਤੁਸੀਂ 2012 'ਚ ਆਪਣੇ ਵਿਧਾਨ ਸਭਾ ਹਲਕੇ ਦੇ ਵਿਧਾਨ ਸਭਾ ਦੇ ਦੌਰਾਨ ਕੀਤਾ ਸੀਗਾ? ਹਾਂਜੀ, ਵਿਧਾਨ ਸਭਾ ਦੇ ਦੌਰਾਨ ਕੀਤਾ ਜੀ। ਤੇ ਨਾਲ ਖਰਾਲਗੜ੍ਹ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹਰ ਧਰਮ ਦਾ ਸਤਿਕਾਰ ਕੀਤਾ,
ਉੱਥੇ ਗੁਰਦਾਸ ਮਹਾਰਾਜ ਦੀ ਯਾਦਗਾਰ ਖਰਾਲਗੜ੍ਹ ਦੇ ਵਿੱਚ ਸ਼ੁਰੂ ਕੀਤੀ, ਅੱਧੀ ਬਣ ਗਈ ਤੇ ਬਾਕੀ ਜਦ ਸਾਡੀ ਸਰਕਾਰ ਚੱਲ ਗਈ ਉੱਥੇ ਕਾਂਗਰਸ ਸਰਕਾਰ ਨੇ ਇੱਕ ਇੱਟ ਤੱਕ ਨਹੀਂ ਲਾਈ। ਤੇ ਗੜ੍ਹਸ਼ੰਕਰ ਦਾ ਬਹੁਤ ਸ਼ਹਿਰ ਦੇ ਵਿੱਚ ਗੰਦਗੀ ਆ, ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਪ੍ਰੋਬਲਮ ਆ। 67 ਕਰੋੜ ਰੁਪਈਆ ਅਸੀਂ ਉਹ ਮਨਜ਼ੂਰ ਕਰਾਇਆ ਸੀਵਰੇਜ ਵਾਸਤੇ। 19 ਕਰੋੜ ਦੀ ਪਹਿਲੀ ਕਿਸ਼ਤ ਮੈਂ ਲਿਆ ਕੇ ਦੇਤੀ। ਅੱਜ 19 ਕਰੋੜ ਲੱਗਣ ਤੋਂ ਬਾਅਦ ਇੱਕ 10 ਰੁਪਏ ਵੀ ਜਿਹੜੇ ਉਹ ਸੀਵਰੇਜ ਵਾਸਤੇ ਸਰਕਾਰ ਨੇ ਨਹੀਂ ਦਿੱਤੇ। ਤੇ ਗੜ੍ਹਸ਼ੰਕਰ ਦੇ ਮਾਲਪੁਰ ਦੇ ਵਿੱਚ ਮੰਡੀ ਦੀ ਬਹੁਤ ਵੱਡੀ ਪ੍ਰੋਬਲਮ ਸੀ। ਉੱਥੇ ਦੁਸਹਿਰਾ ਗਰਾਊਂਡ, ਉੱਥੇ ਮੰਡੀ ਤੇ ਬਹੁਤ ਵੱਡੀ ਪ੍ਰੋਬਲਮ ਸੀ। ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 10 ਏਕੜ ਜ਼ਮੀਨ ਲੀਜ਼ ਤੇ ਲੈ ਕੇ 2 ਕਰੋੜ ਰੁਪਈਆ ਜਿਹੜਾ ਉਹ ਮੰਡੀ ਵਾਸਤੇ ਮੰਡੀ ਬੋਰਡ ਤੋਂ ਮਨਜ਼ੂਰ ਕਰਵਾ ਕੇ ਅਸੀਂ ਦੇ ਕੇ ਗਏ ਸੀ, ਤਾਂ ਜਾ ਕੇ ਉਹ ਮੰਡੀ ਜਿਹੜੀ ਆ ਮਾਲਪੁਰ ਜਿਹੜੀ ਉਹ ਨੇਪਰੇ ਇੱਕ ਚੜ੍ਹ ਸਕੀ ਆ। ਨਹੀਂ ਤਾਂ ਹੋਰ ਜਿੰਨੇ ਪ੍ਰੋਜੈਕਟ ਅਸੀਂ ਸ਼ੁਰੂ ਕੀਤੇ ਸੀ ਅੱਜ ਸਾਰੇ ਬੰਦ ਪਏ ਆ। ਖੇਤੀਬਾੜੀ ਦੇ ਟਿਊਬਵੈੱਲ ਆ ਉਹ ਬੰਦ ਪਏ ਆ 3-3 ਸਾਲ ਤੋਂ। ਵਾਟਰ ਸਪਲਾਈ ਦੇ ਟਿਊਬਵੈੱਲ ਖਰਾਬ ਹੋ ਜਾਂਦੇ, ਇੱਕ ਮਹੀਨਾ ਉਹਨਾਂ ਦੀ ਮੋਟਰ ਨਹੀਂ ਪਾਈ ਜਾ ਰਹੀ ਔਰ ਲੋਕ ਅੱਜ ਤਰਾਹ ਕਰ ਰਹੇ ਆ। ਅੱਜ ਪੰਜਾਬ ਦੇ ਲੋਕ, ਗੜ੍ਹਸ਼ੰਕਰ ਮੇਰੇ ਹਲਕੇ ਦੇ ਲੋਕ ਅੱਜ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਜੋ ਸਾਨੂੰ ਸੁੱਖ ਸਹੂਲਤਾਂ ਮਿਲੀਆਂ ਇਸ ਕਾਂਗਰਸ ਸਰਕਾਰ ਨੇ 3.5 ਸਾਲ ਦੇ ਵਿੱਚ ਸਾਡੇ ਕੋਲੋਂ ਖੋਹੀਆਂ ਹੀ ਆ ਤੇ ਸਹੂਲਤ ਇਹਨਾਂ ਨੇ ਕੋਈ ਨਹੀਂ ਦਿੱਤੀ। ਸਰ ਇੱਕ ਜਿਹੜਾ ਸਵਾਲ ਸਾਡਾ ਲਾਸਟ ਸਵਾਲ, ਤੁਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੋ, SGPC ਦੇ ਸਦੱਸਿਆ ਮੈਂਬਰ ਵੀ ਰਹੇ ਹੋ ਤੇ ਨਾਲ ਦੀ ਨਾਲ ਵਿਧਾਇਕ ਵੀ ਰਹੇ ਹੋ ਤੇ ਇਸ ਵੇਲੇ ਵੀ ਲੋਕਾਂ ਦੇ ਜ਼ਮੀਨ ਦੇ ਨਾਲ ਜੁੜੇ ਲੀਡਰ ਹੋ। ਤੇ ਅਕਸਰ ਦੇਖਿਆ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਤੁਸੀਂ ਕੰਮ ਕੀਤੇ ਹੋ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਇਹ ਗੱਲ ਕਰਦੇ ਹਾਂ ਕਿ ਜਿਹੜੇ ਵੀ ਕੰਮ ਸਰਕਾਰ ਵੱਲੋਂ ਲਿਖੇ ਗਏ ਜਾਂ ਤੁਹਾਡੇ ਸ਼ੁਰੂ ਕੀਤੇ ਗਏ ਉਹ ਜਨਹਿਤ ਦੇ ਆ, ਤੁਹਾਡੇ ਨਿੱਜੀ ਨਹੀਂ ਆ। ਫਿਰ ਇਹ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ ਇਹਨਾਂ ਕੰਮਾਂ ਨੂੰ ਕਿਉਂ ਰੋਕੇ? ਇਹਦਾ ਕੀ ਕਾਰਨ ਤੁਸੀਂ ਸਮਝ ਰਹੇ ਹੋ? ਇਹ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਬਣਦੀ ਆ ਇਹਨਾਂ ਦੀ ਫਿਦਰਤ ਰਹੀ ਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਕੰਮ ਸ਼ੁਰੂ ਕੀਤੇ ਆ, ਜਿਹੜੇ ਅਸੀਂ ਨੇਪਰੇ ਚੜ੍ਹ ਗਏ ਉਹ ਚੜ੍ਹ ਗਏ, ਜਿਹੜੇ ਅਧੂਰੇ ਰਹਿ ਗਏ ਉਹ ਇਹਨਾਂ ਨੇ ਉੱਥੇ ਇੱਕ 10 ਰੁਪਏ ਤੱਕ ਨਹੀਂ ਖਰਚੇ, ਕਿਉਂਕਿ ਇਹਨਾਂ ਦੀ ਕਾਂਗਰਸ ਦੀ ਫਿਦਰਤ ਆ ਕਿ ਨਾ ਇਹਨਾਂ ਨੇ ਕੰਮ ਕੀਤਾ ਨਾ ਸਾਡੇ ਸ਼ੁਰੂ ਕੀਤੇ ਉਹ ਨੇਪਰੇ ਚਾੜ੍ਹੇ ਆ। ਇਹ ਇੱਕ ਵੀ ਕੰਮ ਜਿਹੜਾ ਪੰਜਾਬ 'ਚ ਦੱਸ ਨਹੀਂ ਸਕਦੇ ਕਿ ਅਸੀਂ ਕੋਈ ਕੰਮ ਕੀਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਪੋਜੀਸ਼ਨ ਦੇ ਲੀਡਰ ਸੀ ਤੇ ਸਰਦਾਰ ਉਹ ਬਹੁਤ ਗੱਲਾਂ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੁੱਛਿਆ ਕਿ ਚੰਨੀ ਜੀ ਤੁਸੀਂ ਆਪੋਜੀਸ਼ਨ ਦੇ ਲੀਡਰ ਆ, ਤੁਸੀਂ ਤੁਹਾਡੀ ਸਰਕਾਰ ਰਹੀ ਆ, ਤੁਸੀਂ 2002 ਤੋਂ ਲੈ ਕੇ 2007 ਤੱਕ ਦੇ 5 ਕੰਮ ਪੰਜਾਬ ਦੇ ਵਿੱਚ ਗਿਣਾ ਦਿਓ ਜਿਹੜੇ ਤੁਸੀਂ ਕੀਤੇ ਆ। ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਵਿੱਚ ਕਿਹਾ, ਰਿਕਾਰਡ ਤੇ ਆ ਔਰ ਨੈੱਟ ਤੇ ਤੁਸੀਂ ਸਾਰਿਆਂ ਨੇ ਦੇਖਿਆ, ਕਹਿੰਦਾ ਅਸੀਂ ਕੰਮ ਜਿਹੜੇ ਕੀਤੇ ਸੀ ਪੈਚ ਲਾਏ, ਪੈਚ। ਇਹ ਪੈਚਾਂ ਵਾਲੀ ਸਰਕਾਰ ਆ, ਇਹ ਕੋਈ ਡਿਵੈਲਪਮੈਂਟ ਵਾਲੀ ਸਰਕਾਰ ਨਹੀਂ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਜੇ ਪੰਜਾਬ ਦੇ ਵਿੱਚ 4 ਮਾਰਗਾ 6 ਮਾਰਗਾ ਨੈਸ਼ਨਲ ਹਾਈਵੇ ਬਣੇ ਆ ਤਾਂ ਉਹ ਸਾਡੀ ਸਰਕਾਰ ਵੇਲੇ ਬਣੇ ਆ। ਜੇ ਛੋਟੀ ਜਿਹੀ ਸਟੇਟ ਦੇ ਵਿੱਚ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ 에ਅਰਪੋਰਟ ਬਣੇ ਆ ਉਹ ਸਾਡੀ ਸਰਕਾਰ ਵੇਲੇ ਬਣੇ ਆ। ਜੇ ਕਿਹਾ ਸੀ 24 ਘੰਟੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਬਿਜਲੀ ਪੈਦਾ ਕਰਕੇ ਦੇਵਾਂਗੇ, ਥਰਮਲ ਪਲਾਂਟ ਲਾ ਕੇ ਬਿਜਲੀ ਪੈਦਾ ਕਰਾਂਗੇ ਔਰ ਥਰਮਲ ਪਲਾਂਟ ਲਾ ਕੇ 24 ਘੰਟੇ ਬਿਜਲੀ ਪੰਜਾਬ ਨੂੰ ਦਿੱਤੀ ਆ। 5.5 ਰੁਪਏ ਯੂਨਿਟ ਦਿੱਤੀ ਆ। ਅੱਜ 11 ਰੁਪਏ ਯੂਨਿਟ ਬਿਜਲੀ ਕਾਂਗਰਸ ਦੇ ਰਾਜ ਦੇ ਵਿੱਚ ਇੱਕ ਬਲਬ ਜਗਾਉਣ ਜੋਗੀ ਬਿਜਲੀ ਇਹਨਾਂ ਨੇ ਪੈਦਾ ਨਹੀਂ ਪੰਜਾਬ ਦੇ ਵਿੱਚ ਕੀਤੀ। ਔਰ ਜਿੱਥੇ ਪੰਜਾਬ ਦੇ ਸਾਡੀ ਸਰਕਾਰ ਵੇਲੇ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਫੁੱਟਬਾਲ ਸਟੇਡੀਅਮ ਬਣਾਏ ਔਰ ਹੋਰ ਵੀ ਸ਼ਹਿਰਾਂ 'ਚ ਕਬੱਡੀ ਟੂਰਨਾਮੈਂਟ ਕਰਾਏ, ਗੇਮਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਡੇ ਉਪਰਾਲੇ ਕੀਤੇ ਆ। ਅੱਜ ਜਿੱਥੇ ਗੇਮਾਂ ਵੀ ਠੱਪ, ਡਿਵੈਲਪਮੈਂਟ ਵੀ ਠੱਪ, ਨੌਕਰੀਆਂ ਵੀ ਠੱਪ ਔਰ ਹਰ ਕੰਮ ਜਿਹੜਾ ਅੱਜ ਬੰਦ ਪਿਆ। ਹਾਂਜੀ ਸਰ, ਇਹ ਆਪਾਂ ਗੱਲ ਕਰੀਏ ਮਾਲਪੁਰ ਸਟੇਡੀਅਮ ਦੀ, ਜਿੱਥੇ ਅਸੀਂ ਵਿਕਾਸ ਕੰਮਾਂ ਨੂੰ ਲੈ ਕੇ ਜਾਂ ਹੋਰ ਵੱਖ-ਵੱਖ ਮੁੱਦਿਆਂ ਤੇ ਆਪ ਜੀ ਨਾਲ ਗੱਲ ਕਰਾਂਗੇ। ਤੇ ਸ਼ੁਰੂਆਤ ਇਸ ਗੁਫ਼ਤਗੂ ਦੀ ਗੱਲ ਕਰਦੇ ਹਾਂ। ਇੱਕ ਮਾਲਪੁਰ ਦੇ ਵਿੱਚ ਸਟੇਡੀਅਮ ਜਿਹੜਾ ਆ ਤੁਹਾਡੀ ਸਰਕਾਰ ਵੇਲੇ ਬਣਿਆ ਸੀਗਾ ਤੇ ਅੱਜ ਉਹ ਤਕਰੀਬਨ 50% ਜਿਹੜਾ ਬਣਿਆ ਤੇ ਇਸ ਵੇਲੇ ਉਹ ਖੰਡਰ ਬਣ ਗਿਆ, ਨਸ਼ੇੜੀਆਂ ਦਾ ਅੱਡਾ ਬਣ ਗਿਆ, ਹੋਰ ਵੀ ਉੱਥੇ ਕਈ ਤਰ੍ਹਾਂ ਦੇ ਗਲਤ ਕੰਮ ਹੁੰਦੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਮੈਨੂੰ ਪਹਿਲੀ ਵਾਰੀ 97 ਦੇ ਵਿੱਚ ਮੌਕਾ ਮਿਲਿਆ, ਉਹ ਸਾਡੀ ਸਰਕਾਰ ਵੀ ਬਣੀ, ਮੈਂ MLA ਬਣਿਆ। ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ 'ਤੇ ਪਹਿਲੀ ਵਾਰੀ ਜਦੋਂ ਮਾਲਪੁਰ ਦੇ ਵਿੱਚ ਆਏ ਤੇ ਅਸੀਂ 2 ਅਹਿਮ ਫੈਸਲੇ ਜਿਹੜੇ ਉਸ ਵੇਲੇ ਲਏ ਸੀ। ਇੱਕ ਮਾਲਪੁਰ ਦੇ ਵਿੱਚ ਸਬ ਤਹਿਸੀਲ ਬਣਾਉਣ ਦਾ, ਦੂਜਾ ਮਾਲਪੁਰ ਦੇ ਵਿੱਚ ਜਿਹੜੇ ਆ ਉਹ ਫੁੱਟਬਾਲ ਅਕੈਡਮੀ ਖੋਲ੍ਹਣ ਦਾ ਜਿਹੜਾ ਫੈਸਲਾ ਲਿਆ ਸੀ, ਕਿਉਂਕਿ ਮਾਲਪੁਰ ਫੁੱਟਬਾਲ ਦੀ ਨਰਸਰੀ ਆ। ਇਹਨੇ ਬਹੁਤ ਵੱਡੇ ਜਿਹੜੇ ਆ ਖਿਡਾਰੀ ਪੈਦਾ ਕੀਤੇ ਆ, ਚਾਹੇ ਜਰਨੈਲ ਸਿੰਘ ਪਨਾਮ ਸੀ, ਗੁਰਦੇਵ ਸਿੰਘ ਗਿੱਲ,
ਹੋਰ ਵੀ ਜਿਹੜੇ ਮਨਜੀਤ ਸਿੰਘ ਵਰਗੇ ਜਾਂ ਅੱਜ ਵੀ ਜਿਹੜੇ ਵੱਖ-ਵੱਖ ਕਲੱਬਾਂ ਦੇ ਵਿੱਚ ਫੁੱਟਬਾਲ ਦੇ ਖਿਡਾਰੀ ਖੇਡਦੇ ਆ, ਉਹਨਾਂ ਵਿੱਚ ਮੈਜੋਰਟੀ ਜਿਹੜੀ ਆ ਉਹ ਮਾਲਪੁਰ ਦੇ ਇਲਾਕੇ ਦੇ ਬੰਦੇ ਜਿਹੜੇ ਆ, ਬੱਚੇ ਉਹ ਖੇਡ ਰਹੇ ਆ। ਮੈਨੂੰ ਇਸ ਚੀਜ਼ ਦਾ ਬੜਾ ਫਖਰ ਅਤੇ ਮਾਣ ਆ ਕਿ ਸਾਨੂੰ ਉਹ ਅਕੈਡਮੀ ਬਣਾਉਣ ਦਾ ਜਿਹੜਾ ਮੌਕਾ ਮਿਲਿਆ। ਔਰ ਦੁੱਖ ਇਸ ਗੱਲ ਦਾ ਹੈ ਕਿ ਜਦੋਂ ਸੰਨ 2000 ਦੇ ਵਿੱਚ ਸਾਡੀ ਸਰਕਾਰ ਬਦਲੀ ਅਤੇ ਜਿਹੜੀ ਕੈਪਟਨ ਦੀ ਸਰਕਾਰ 2000 'ਚ ਬਣੀ ਸੀ, ਉਹਨਾਂ ਨੇ ਉਹ ਅਕੈਡਮੀ ਨੂੰ ਗਾਹਾਂ ਤੋਰਨ ਦੀ ਬਜਾਏ ਉਹਨੂੰ ਚੱਕ ਕੇ ਇੱਥੋਂ ਸ਼ਿਫਟ ਕਰਤਾ ਹੁਸ਼ਿਆਰਪੁਰ। ਮੈਂ 5 ਸਾਲ ਬੜੀ ਵਾਰੀ ਇਹਦੀ ਗੱਲ ਕੀਤੀ, ਪਰ ਸਰਕਾਰ ਨੇ ਉਹ ਮਾਲਪੁਰ ਦੀ ਅਕੈਡਮੀ ਜਿਹੜੀ ਆ ਹੁਸ਼ਿਆਰਪੁਰ ਸ਼ਿਫਟ ਕਰਤੀ। ਉਸ ਤੋਂ ਬਾਅਦ ਫਿਰ ਲੋਕਾਂ ਨੇ ਸਾਨੂੰ ਫਿਰ 7 ਦੇ ਵਿੱਚ ਸਰਕਾਰ ਸਾਡੀ ਉਹ ਪੰਜਾਬ ਵਿੱਚ ਬਣੀ। 7 ਦੇ ਵਿੱਚ ਮੈਂ ਜਿਹੜੀ ਫੁੱਟਬਾਲ ਅਕੈਡਮੀ ਆ ਮੁੜ ਕੇ ਫਿਰ ਜਿਹੜੀ ਆ ਮਾਲਪੁਰ ਲੈ ਕੇ ਆਂਦੀ, ਅਕੈਡਮੀ ਕੰਪਲੀਟ ਵੀ ਕੀਤੀ। ਉਹਦੇ ਵਾਸਤੇ ਜੋ ਰੀਤੀਆਂ ਚੀਜ਼ਾਂ ਸੀ ਪੂਰੀਆਂ ਕੀਤੀਆਂ। ਉਹਦੇ ਨਾਲ ਸਾਨੂੰ ਬਹੁਤ ਵੱਡੀ ਲੋੜ ਸੀ ਇੱਕ ਵਧੀਆ ਸਟੇਡੀਅਮ ਦੀ। ਹਾਲਾਂਕਿ ਮਾਲਪੁਰ ਦੇ ਵਿੱਚ 4 ਗਰਾਊਂਡਾਂ, 2 ਕਾਲਜ ਦੀਆਂ, 2 ਸਕੂਲ ਦੀਆਂ ਚੱਲਦੀਆਂ ਸੀ, ਪਰ ਅਕੈਡਮੀ ਦਾ ਆਪਣਾ ਜਿਹੜਾ ਗਰਾਊਂਡ ਸਟੇਡੀਅਮ ਹੋਣਾ ਬਹੁਤ ਜ਼ਰੂਰੀ ਸੀ। ਸੋ ਉਹਦੇ ਵਾਸਤੇ ਅਸੀਂ ਸਾਰਿਆਂ ਨੇ ਯਤਨ ਉਪਰਾਲਾ ਕੀਤਾ। ਸੋ ਸਾਡੀ ਸ਼੍ਰੋਮਣੀ ਅਕਾਲੀ ਦਲ BJP ਸਰਕਾਰ ਨੇ ਉਹ ਸਾਨੂੰ ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਬਣਾਉਣ ਵਾਸਤੇ ਵੀ ਜਿਹੜਾ ਉਹਨੂੰ ਮਨਜ਼ੂਰੀ ਦਿੱਤੀ ਔਰ 6.5 ਕਰੋੜ ਰੁਪਈਆ ਖਰਚ ਕਰਨ ਦਾ ਉਹਦਾ ਜਿਹੜਾ ਪ੍ਰਬੰਧ ਕੀਤਾ। ਔਰ ਉਹ ਪੈਸਾ ਜਿਹੜਾ ਕੰਮ ਸਟੇਡੀਅਮ ਬਣਨਾ ਸ਼ੁਰੂ ਵੀ ਹੋ ਗਿਆ, ਪੈਸਾ ਲੱਗਣਾ ਸ਼ੁਰੂ ਹੋ ਗਿਆ। ਲਗਭਗ 60% ਜਿਹੜਾ ਪੈਸਾ ਲੱਗ ਕੇ ਕੰਮ ਜਿਹੜਾ ਉਹ ਹੋਇਆ। ਅਤੇ ਬਦਕਿਸਮਤੀ ਇਹ ਰਹੀ ਕਿ 17 ਦੇ ਵਿੱਚ ਸਰਕਾਰ ਬਦਲ ਗਈ, ਫਿਰ ਕਾਂਗਰਸ ਸਰਕਾਰ ਆ ਗਈ। ਇਹ ਸਰਕਾਰ ਨੇ ਜਿਹੜੇ ਰਹਿੰਦੇ ਪੈਸੇ ਸੀ ਉਹ ਜਾਰੀ ਨਹੀਂ ਕੀਤੇ, ਤਾਂ ਜਿਹੜਾ ਸਟੇਡੀਅਮ ਆ ਉੱਥੇ ਰੁਕ ਗਿਆ। ਪਿਛਲੇ 3-4 ਸਾਲ ਤੋਂ ਉਹ ਕੰਮ ਜਿੱਥੇ ਰੁਕਿਆ ਪਿਆ ਉੱਥੇ ਡੈਮੇਜ ਵੀ ਹੋ ਰਿਹਾ, ਉਹਦੀ ਕੋਈ ਕੇਅਰ ਨਹੀਂ ਕਰ ਰਿਹਾ। ਉੱਥੇ ਪਾਣੀ ਹੋਰ ਹਰ ਚੀਜ਼ ਜਿਹੜੀ ਆ, ਔਰ ਗਰਾਊਂਡ ਦੇ ਵਿੱਚ ਵੀ ਇੱਦਾਂ ਦੇ ਹਾਲਾਤ ਆ ਕਿ ਉੱਥੇ ਬੱਚਿਆਂ ਦੇ ਖੇਡਣ ਵਾਸਤੇ ਵੀ ਜਿਹੜੀ ਆ ਉਹ ਦਿੱਕਤ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਚੀਜ਼ਾਂ ਸਰਕਾਰਾਂ ਨੂੰ ਹਮੇਸ਼ਾ ਜਿਹੜੀਆਂ ਲੋਕ ਹਿੱਤ ਵਿੱਚ ਚੀਜ਼ਾਂ ਹੁੰਦੀਆਂ ਉਹਨਾਂ ਨੂੰ, ਚਾਹੇ ਸਰਕਾਰ ਕੋਈ ਵੀ ਹੋਵੇ, ਉਹਨਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੰਪਲੀਟ ਕਰਨਾ ਚਾਹੀਦਾ। ਜਦ ਕਿ ਕੋਈ ਸਰਕਾਰ ਵੀ ਜਦੋਂ ਫੈਸਲਾ ਲੈਂਦੀ ਆ ਪਬਲਿਕ ਲਈ ਵਾਸਤੇ ਲੈਂਦੀ ਆ। ਔਰ ਮਾਲਪੁਰ ਤਾਂ ਜਿਹੜੀ ਆ ਇਹ ਫੁੱਟਬਾਲ ਦੀ ਜਿੰਦ ਜਾਨ ਆ। ਜੇ ਇੱਥੇ ਦੀ ਅਕੈਡਮੀ ਠੀਕ ਨਾ ਚੱਲੇ ਜਾਂ ਇੱਥੇ ਸਟੇਡੀਅਮ ਨਾ ਬਣੇ, ਔਰ ਮੈਨੂੰ ਹੁਣ ਵੀ ਕਈ ਵਾਰੀ ਅਸੀਂ ਦੇਖਦੇ ਹਾਂ ਜਿਹੜੇ ਸਾਡੇ ਜਿਹੜੇ ਵਿੰਗ ਵੀ ਚੱਲਦੇ ਆ ਜਾਂ ਜਿਹੜੇ ਸਾਡੇ ਅੰਡਰ 19 ਵਿੰਗ ਜਾਂ ਹੋਰ ਬੱਚੇ ਆ, ਉਹ ਪੰਜਾਬ ਦੇ ਵਿੱਚ ਜੇਤੂ ਰਹਿੰਦੇ ਆ ਔਰ ਇੰਡੀਆ ਦੇ ਵਿੱਚ ਵੀ ਉਹ ਵੱਡੀਆਂ ਜਿਹੜੀਆਂ ਆ ਉਹ ਮੱਲਾਂ ਮਾਰ ਕੇ ਆਉਂਦੇ ਆ। ਸੋ ਮੈਂ ਮੌਜੂਦਾ ਸਰਕਾਰ ਕੋਲੋਂ ਇਹ ਮੰਗ ਵੀ ਕਰਦਾ ਕਿ ਤੁਸੀਂ ਇਹ ਜਿਹੜਾ ਰਹਿੰਦਾ ਕੰਮ ਆ ਇਹਨੂੰ ਪੂਰਾ ਕਰੋ ਤਾਂ ਕਿ ਜਿਹੜਾ ਸਾਡਾ ਸਟੇਡੀਅਮ ਆ ਇਹ ਪੂਰਾ ਹੋ ਸਕੇ। ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਆ ਉਹ ਇਸ ਪਾਸੇ ਨੂੰ ਧਿਆਨ ਨਹੀਂ ਦੇ ਰਿਹਾ। ਸਰ, ਅਕਸਰ ਦੇਖਿਆ ਜਾ ਰਿਹਾ ਵਿਕਾਸ ਕੰਮ ਦੀ ਗੱਲ ਕਰਦੇ ਹਾਂ, ਸਟੇਡੀਅਮ ਤੋਂ ਹਟ ਕੇ ਗੱਲ ਕਰਦੇ ਹਾਂ। ਜਿੱਦਾਂ ਵਿਕਾਸ ਕੰਮ ਜਿਹੜੇ ਤੁਹਾਡੀ ਸਰਕਾਰ ਨੇ ਸ਼ੁਰੂ ਕੀਤੇ ਸੀਗੇ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਕਿਉਂਕਿ ਹਰ ਸਰਕਾਰ ਦਾ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਕੰਮ ਕੋਈ ਵੀ ਹੋਵੇ, ਜਿਹੜਾ ਜਨ ਹਿੱਤ ਦਾ ਕੰਮ ਹੋਵੇ, ਸਰਕਾਰ ਕੋਈ ਵੀ ਹੋਵੇ, ਉਹਨੂੰ ਪਹਿਲ ਦੇ ਆਧਾਰ 'ਤੇ ਕਰਨਾ ਚਾਹੀਦਾ, ਚਾਹੇ ਕਿਸੇ ਸਰਕਾਰ ਨੇ ਸ਼ੁਰੂ ਕੀਤਾ ਹੈ। ਪਰ ਬਹੁਤ ਕੰਮ ਇਹੋ ਜਿਹੇ ਜਿਹੜੇ ਤੁਹਾਡੇ ਵੱਲੋਂ ਸ਼ੁਰੂ ਕੀਤੇ ਆ ਉਹ ਰੋਕ ਦਿੱਤੇ ਗਏ ਜਾਂ ਉਹਨਾਂ ਦੀਆਂ ਗ੍ਰਾਂਟਾਂ ਜਿਹੜੀਆਂ ਵਾਪਸ ਕਰ ਦਿੱਤੀਆਂ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਸਮਝਦਾ ਕਿ ਜਿਹੜਾ ਸਾਡਾ ਪੰਜਾਬ ਆ, ਸਾਡਾ ਦੇਸ਼ ਆ, ਇਹ ਪਿੰਡਾਂ ਦਾ ਦੇਸ਼ ਆ। ਇੱਥੇ ਜਿੱਥੇ ਸ਼ਹਿਰਾਂ ਦੀ ਜਿਹੜੀ ਆ ਉਹ ਡਿਵੈਲਪਮੈਂਟ ਜਿਹੜੀ ਆ ਉਹ ਕਾਫੀ ਹੱਦ ਤੱਕ ਹੋਈ ਆ ਔਰ ਬਾਕੀ ਜਿਹੜੀ ਆ ਉਹ ਚੱਲ ਰਹੀ ਆ। ਸਾਡੀ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਨੇ 10 ਸਾਲ ਦੇ ਸਮੇਂ ਦੇ ਵਿੱਚ ਪਿੰਡਾਂ ਦੀ ਨੁਹਾਰ ਬਦਲਣੇ ਵਾਸਤੇ ਵੱਡੇ ਪੱਧਰ ਦੇ ਉੱਪਰ ਕੰਮ ਕੀਤੇ। ਇਹ ਇਕੱਲਾ ਜਿਹੜਾ ਆ ਗਲੀਆਂ ਨਾਲੀਆਂ ਬਣਾਉਣ ਦੀ ਗੱਲ ਨਹੀਂ ਹੁੰਦੀ। ਪਿੰਡਾਂ ਵਿੱਚ ਪੀਣ ਦੇ ਪਾਣੀ ਦੇ ਮਸਲੇ ਸੀ, ਪਿੰਡਾਂ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ। ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਿਹੜੇ ਲੋਕਾਂ ਦੇ ਰੋਜ਼ ਵਰਤੋਂ ਵਾਲੇ ਕੰਮਾਂ ਦੀ ਗੱਲਾਂ ਸੀ, ਚਾਹੇ ਅਸੀਂ ਆਪਣੇ ਜਿਹੜੇ ਆ ਸੁਵਿਧਾ ਸੈਂਟਰ, ਪਿੰਡਾਂ ਸੇਵਾ ਕੇਂਦਰ ਖੋਲ੍ਹੇ ਆ ਜਾਂ ਹੋਰ ਵੀ ਜਿੰਨੀਆਂ ਵੀ ਅਸੀਂ ਸਹੂਲਤਾਂ ਦਿੱਤੀਆਂ ਸੀ। ਦੁੱਖ ਇਸ ਗੱਲ ਦਾ ਆ ਕਿ ਜਦੋਂ 17 ਦੇ ਵਿੱਚ ਸਰਕਾਰ ਬਦਲੀ, ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਸੀ ਉਹਨਾਂ 2 ਸਾਲ ਦਾ ਟਾਈਮ ਪਿਆ ਸੀ। ਇਸ ਸਰਕਾਰ ਨੇ ਉਹ ਜਿਹੜੇ ਕੰਮ ਸੀ ਉੱਥੇ ਆ ਕੇ ਰੋਕ ਦਿੱਤੇ। ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਕੰਮ ਰੋਕ ਤੇ ਜਿਹੜੇ ਪੈਸੇ ਅਸੀਂ ਦਿੱਤੇ ਪਏ ਸੀ ਉਹ ਪੈਸੇ ਵੀ ਜਿਹੜੇ ਆ ਉਹ ਨਹੀਂ ਲੱਗੇ। ਔਰ ਇੱਥੋਂ ਤੱਕ ਕਿ ਜਿਹੜੇ ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਵੀ ਪਿੰਡਾਂ ਦੇ ਵਿੱਚ ਜਾਰੀ ਹੋਏ, ਉਹਨਾਂ ਪੈਸੇ ਦਾ ਕੰਮ ਵੀ ਨਹੀਂ ਕਰਾਇਆ। ਉਸ ਤੋਂ ਬਾਅਦ ਪੰਚਾਇਤਾਂ ਦੀਆਂ ਇਲੈਕਸ਼ਨ ਆ ਗਈਆਂ। ਜੋ ਹਸ਼ਰ ਪਿੰਡਾਂ ਦੀਆਂ ਪੰਚਾਇਤਾਂ ਦੇ ਇਲੈਕਸ਼ਨਾਂ ਵੇਲੇ ਹੋਇਆ, ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦਾ ਕਤਲ ਕੀਤਾ ਗਿਆ, ਧੱਕੇ ਨਾਲ ਸਰਪੰਚ ਬਣਾਏ ਗਏ ਅਤੇ ਪੰਚਾਇਤਾਂ ਬਣ ਗਈਆਂ, ਕਿਸੇ ਦੀ ਕੋਈ ਦਲੀਲ ਅਪੀਲ ਨਹੀਂ ਸੁਣੀ ਗਈ। ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀਆਂ ਪੰਚਾਇਤਾਂ ਇਹਨਾਂ ਨੇ ਗਠਨ ਕੀਤੀਆਂ, ਚਾਹੇ ਸੰਮਤੀਆਂ ਚਾਹੇ ਜ਼ਿਲ੍ਹਾ ਪਰਿਸ਼ਦ, ਉਹਨਾਂ ਨੂੰ 5-5 6-6 ਮਹੀਨੇ ਕਿਸੇ ਨੇ ਪੁੱਛਿਆ ਹੀ ਨਹੀਂ, ਨਾ ਕਿਸੇ ਨੂੰ ਚਾਰਜ ਮਿਲਿਆ। ਹੁਣ ਚਾਰਜ ਮਿਲ ਗਿਆ, ਹੁਣ ਪਿੰਡਾਂ ਦੀ ਪੰਚਾਇਤਾਂ ਨੂੰ ਕੋਈ ਮੌਜੂਦਾ ਸਰਕਾਰ ਨੇ RDF ਜਿਹੜਾ ਆਪਾਂ ਕਹਿੰਦੇ ਹਾਂ ਰੂਰਲ ਡਿਵੈਲਪਮੈਂਟ ਫੰਡ ਵਾ ਉਹ ਜਾਰੀ ਨਹੀਂ ਕੀਤਾ।
ਜਦ ਕਿ ਸੈਂਟਰ ਗਵਰਨਮੈਂਟ ਦੇ ਜਿਹੜੇ ਆ 3 ਕਿਸ਼ਤਾਂ ਜਿਹੜੀਆਂ ਆ ਉਹ ਫਾਈਨੈਂਸ਼ੀਅਲ ਕਮਿਸ਼ਨ ਦੀਆਂ ਆ ਗਈਆਂ। ਔਰ ਹਲਕਾ ਚੱਬੇਵਾਲ ਦੇ ਵਿੱਚ ਕਿ ਇੱਦਾਂ ਦੇ ਪਿੰਡ, ਵੱਡੇ ਪਿੰਡ ਵਾ ਜਿਹਨਾਂ ਵਿੱਚ ਜਿਵੇਂ ਕੋਟਕਤੂਹੀ ਆ, ਭਾਮ ਆ, ਚੱਬੇਵਾਲ ਵਾ, ਹੋਰ ਜਿਨ੍ਹਾਂ ਪਿੰਡਾਂ ਦੇ ਕੋਲ 25-25 ਲੱਖ ਰੁਪਈਆ ਫਾਈਨੈਂਸ਼ੀਅਲ ਕਮਿਸ਼ਨ ਦਾ ਆਇਆ ਪਿਆ, ਪਰ ਮੌਜੂਦਾ ਸਰਕਾਰ ਪੈਸੇ ਖਰਚ ਨਹੀਂ ਦੇ ਰਹੀ। ਨਾ ਉੱਥੇ ਕਦੇ ਵੀਡੀਓ ਨੇ ਗੱਲਾਂ ਪੁੱਛੀਆਂ, ਨਾ ਕਦੇ ਜੇਈ ਆਉਂਦਾ, ਨਾ ਸੈਕਟਰੀ ਆਉਂਦਾ, ਅਤੇ ਹਾਲੇ ਜਦੋਂ ਪੁੱਛਦੇ ਆ ਕਹਿੰਦੇ ਜੀ ਪ੍ਰਪੋਜ਼ਲਾਂ ਬਣ ਰਹੀਆਂ ਕੰਮਾਂ ਦੀਆਂ। ਔਰ ਮੈਨੂੰ ਬੜਾ ਦੁੱਖ ਹੋਇਆ ਕਿ ਹਰ 4-5 ਮਹੀਨੇ ਬਾਅਦ ਵੀਡੀਓ ਬਦਲ ਜਾਂਦਾ, ਮਾਲਪੁਰ ਦਾ ਵੀ, ਹੁਸ਼ਿਆਰਪੁਰ ਦਾ ਵੀ ਬਦਲ, ਤੇ ਐਸਐਚਓ ਵੀ ਇੱਦਾਂ ਹੀ ਆ। ਪਰ ਜਦ ਡਿਵੈਲਪਮੈਂਟ ਦੀ ਗੱਲ ਕਰਦੇ ਆ ਕਿ ਜਿਹੜਾ ਵੀਡੀਓ 3-4 ਮਹੀਨੇ ਰਹਿੰਦਾ, ਉਹ ਜਦੋਂ ਉਹਨੂੰ ਪਿੰਡਾਂ ਦੀ ਜਾਣਕਾਰੀ ਹੁੰਦੀ ਹੈ ਜਾਂ ਉਹਦੀ ਬਦਲੀ ਹੋ ਜਾਂਦੀ ਹੈ। ਇਹ ਕੀ ਕਾਰਨ ਆ, ਕੀ ਚਾਹੁੰਦੇ ਆ ਮੌਜੂਦਾ ਜਿਹੜੀ ਸਰਕਾਰ ਦੇ ਨੁਮਾਇੰਦੇ ਆ ਕਿ ਪਿੰਡਾਂ ਦਾ ਵਿਕਾਸ ਕਿਉਂ ਨਹੀਂ ਹੋਣ ਦੇਣਾ ਚਾਹੁੰਦੇ? ਜੇ ਇਹਨਾਂ ਦੇ ਕੋਲੋਂ ਆਪ ਪੈਸੇ ਨਹੀਂ ਵੀ ਦੇ ਹੁੰਦੇ, ਫਾਈਨੈਂਸ਼ੀਅਲ ਕਮਿਸ਼ਨ ਦੇ ਪੈਸੇ ਆ ਉਹ ਦੇਣ, ਮਨਰੇਗਾ ਦੇ ਪੈਸੇ ਆ ਰਹੇ ਆ, ਉਹ ਸਾਰੇ ਖਰਚ ਕਰਨ ਦੀ ਬਜਾਏ ਪਿੰਡਾਂ ਦੀ ਡਿਵੈਲਪਮੈਂਟ ਰੁਕੀ ਪਈ ਆ। ਅੱਜ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਜਿਹੜਾ ਲੰਘ ਨਹੀਂ ਹੁੰਦਾ, ਸੜਕਾਂ ਤੋਂ ਲੰਘਿਆ ਨਹੀਂ ਜਾ ਰਿਹਾ। ਔਰ ਲੋਕ ਆ ਜਿਹੜੇ ਆ ਉਹ ਜਿੱਧਰ ਨੂੰ ਵੀ ਦੇਖਦੇ ਆ, ਲੋਕ ਇਸ ਤੱਕ ਕਿ ਸਰਕਾਰਾਂ ਨੂੰ ਬੜਾ ਚੰਗਾ ਵੀ ਬੋਲਦੇ ਆ, ਗਾਲਾਂ ਵੀ ਕੱਢਦੇ ਆ। ਵਿਕਾਸ ਨਾਂ ਦੀ ਕੋਈ ਚੀਜ਼ ਨਹੀਂ, ਬਿਲਕੁਲ ਫੇਲ ਹੋ ਗਿਆ। ਜਿਹੜਾ ਕੰਮ ਅਸੀਂ 10 ਸਾਲ ਦੇ ਵਿੱਚ ਇੱਥੇ ਲੈ ਕੇ ਗਏ ਸੀ, ਪਿੰਡਾਂ ਦੇ ਵਿੱਚ ਬਲੌਕ ਲਾ ਕੇ ਹੋਰ ਕੰਮ ਕਰਨ ਦੇ ਸਾਰੇ ਕੰਮ ਕੀਤੇ ਸੀ, ਅੱਜ ਉਹ ਜਿਹੜੇ ਆ ਬਿਲਕੁਲ ਸਾਨੂੰ ਦੁਬਾਰਾ ਫੇਰ ਨਜ਼ਰ ਆਉਂਦੇ ਆ ਕਿ ਉਹ ਸਾਰੇ ਕੰਮ ਜਿਹੜੇ ਆ ਅਧੂਰੇ ਜਿੱਥੇ ਪਏ ਸੀ ਉਹ ਵੀ ਖਰਾਬ ਹੋ ਰਹੇ ਆ। ਸਰਕਾਰ ਇਹਦੇ ਵੱਲ ਬਿਲਕੁਲ ਧਿਆਨ ਜਿਹੜਾ ਉਹ ਨਹੀਂ ਦੇ ਰਹੀ। ਔਰ ਮੈਂ ਇਹ ਵੀ ਮੰਗ ਕਰਾਂਗਾ ਕਿ ਇਹ ਪੰਚਾਇਤਾਂ ਦੇ ਅਧਿਕਾਰਾਂ ਦੇ ਉੱਪਰ ਡਾਕਾ ਆ। ਉੱਦਾਂ ਤਾਂ ਸਰਕਾਰ ਨੇ ਸਾਰੇ ਲੋਕਾਂ ਦੇ ਆ ਕਰੋਨਾ ਦੇ ਬਹਾਨੇ ਦੇ ਨਾਲ, ਜਿਵੇਂ ਹੁਣ ਲਾਕਡਾਊਨ 2 ਦਿਨ ਦਾ ਕਰ ਦਿੱਤਾ, ਲਾਕਡਾਊਨ ਨਹੀਂ ਕੀਤਾ, ਨਾਲ 144 ਵੀ ਲਾਈ ਆ। ਉਹਦੇ ਤਹਿਤ ਅਸਲ ਗੱਲ ਕੀ ਆ ਕਿ ਅੱਜ ਜੇ ਮੁਲਾਜ਼ਮ ਆ ਉਹ ਸੜਕਾਂ 'ਤੇ ਆਉਂਦੇ ਆ, ਸਰਕਾਰ ਦੇ ਖਿਲਾਫ ਆ ਰਹੇ ਆ, ਉਹਨਾਂ ਨੂੰ ਰੋਕਣ ਵਾਸਤੇ ਪੋਲੀਟੀਕਲ ਪਾਰਟੀਆਂ, ਪੋਲੀਟੀਕਲ ਨੁਮਾਇੰਦੇ ਜਿਹੜੇ ਆ ਉਹ ਅੱਜ ਲੋਕਾਂ ਦੀ ਆਵਾਜ਼ ਉਠਾਉਂਦੇ ਆ, ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਦਬਾਉਣ ਵਾਸਤੇ ਗੱਲ ਕਰਤੀ। ਜਾਂ ਜਿਹੜੇ ਬੰਦੇ ਨਜਾਇਜ਼ ਸ਼ਰਾਬ ਪੀ ਕੇ ਮਰੇ ਆ ਉਹਨਾਂ 'ਤੇ ਪਰਚੇ ਦਰਜ ਕਰਨ ਦੀ ਬਜਾਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਪੱਤਰਕਾਰ ਭਾਈਚਾਰਿਆਂ ਦੇ ਉੱਪਰ ਵੀ ਹਮਲੇ ਹੋ ਰਹੇ, ਉਹਨੂੰ ਕੁੱਟਿਆ ਜਾ ਰਿਹਾ। ਔਰ ਲੋਕਾਂ ਨੂੰ ਇਹ ਪ੍ਰੋਟੈਸਟ ਨਾ ਕਰਨ 144 ਲਾਤੀ ਕਰੋਨਾ ਦੀ ਆੜ ਥੱਲੇ। ਕੋਈ ਵੀ ਕਰੋਨਾ ਦੇ ਵਾਸਤੇ 4 ਮਹੀਨਿਆਂ ਦੇ ਵਿੱਚ ਮੌਜੂਦਾ ਸਰਕਾਰ ਨੇ ਕੋਈ ਇਹੋ ਜਿਹੇ ਪ੍ਰਬੰਧ ਨਹੀਂ ਕੀਤੇ ਕਿ ਕਿਹੜੇ ਹਸਪੀਟਲ ਦੇ ਵਿੱਚ ਨਵੇਂ ਵੈਂਟੀਲੇਟਰ ਲਿਆਂਦੇ ਆ, ਕਿੱਥੇ ਜਿਹੜੀਆਂ ਆ ਉਹ ਕਿੱਟਾਂ ਇਹਨਾਂ ਨੂੰ ਦਿੱਤੀਆਂ ਹੈਗੀਆਂ ਡਾਕਟਰਾਂ ਨੂੰ ਜਾਂ ਹੋਰ, ਉਹ ਵੀ ਨਕਲੀ ਨਿਕਲੀਆਂ। ਹੋਰ ਜਿਹੜੇ ਸਾਜੋ ਸਮਾਨ ਦੀ ਗੱਲ ਆ, ਉਲਟਾ ਲੋਕਾਂ ਦੇ ਲਈ ਜਿਹੜੇ ਆ ਉਹਨਾਂ ਨੂੰ ਕਰਤਾ ਕਿ ਤੁਸੀਂ ਜੇ ਪ੍ਰਾਈਵੇਟ ਹਸਪੀਟਲਾਂ ਵਿੱਚ ਜਾਣਾ ਆ, ਕਿਤੇ 15,000 ਡੇਲੀ ਦਾ, ਕਿਤੇ 18,000, ਕਿਤੇ 20,000। ਮੈਨੂੰ ਸੁਣ ਕੇ ਬੜੀ ਹੈਰਾਨਗੀ ਹੋ ਰਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਅਕਤੀ ਦਾ 20.5 ਲੱਖ ਰੁਪਈਆ ਬਿੱਲ ਬਣਾਤਾ, ਉਹਦੀ ਮੌਤ ਹੋ ਗਈ। ਉਹ ਠੀਕ ਵੀ ਨਹੀਂ ਹੋਇਆ, ਉਹਨੂੰ ਦਵਾਈ ਤਾਂ ਕੋਈ ਦਿੱਤੀ ਨਹੀਂ, ਸਿਰਫ ਪ੍ਰਾਈਵੇਟ ਹਸਪੀਟਲ ਵਾਲਿਆਂ ਨੇ ਆਪਣਾ ਡੇਲੀ ਪਾ ਕੇ ਖਰਚਾ ਪਾ ਕੇ ਉੱਤੇ 22.5 ਲੱਖ ਰੁਪਈਆ ਉਹ ਬਿੱਲ ਬਣਾਤਾ। ਇਹ ਸਰਕਾਰ ਦੀ ਜਿਹੜੀ ਆ ਬੜੀ ਵੱਡੀ ਨਾਕਾਮੀ ਆ। ਸਰਕਾਰ ਇਹਦੇ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਜਿਹੜਾ ਪੈਸਾ ਚਾਹੇ ਸੈਂਟਰ ਗਵਰਨਮੈਂਟ ਦਾ ਆ ਰਿਹਾ, ਚਾਹੇ ਉਹਦੇ ਵਿੱਚ ਲੋਕ ਜਿਹੜੇ ਆ ਉਹ ਫੰਡ ਦੇ ਰਹੇ ਆ, ਉਹ ਪੈਸਾ ਕਿਸੇ ਵਰਤੋਂ 'ਚ ਹੋ ਨਹੀਂ ਰਿਹਾ, ਨਜ਼ਰ ਨਹੀਂ ਆ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਵਿਕਾਸ ਦੇ ਪੱਖੋਂ ਬਿਲਕੁਲ ਫੇਲ ਆ। ਸਿਰਫ ਡੰਡਾਸ਼ਾਹੀ ਦੇ ਨਾਲ ਪੁਲਿਸ ਵਾਲਿਆਂ ਕੋਲੋਂ ਕਦੀ ਚਲਾਨ ਰਕਮਾਂ ਵਧਾਈ ਜਾਓ, ਕਦੀ ਦੰਡ ਬੈਠਿਆਂ ਕਢਾਓ, ਕਦੀ ਕੁਛ ਕਰੋ, ਕਦੀ ਪਰਚੇ ਦਰਜ ਕਰੋ। ਹੁਣ ਜਿਹੜੀ ਆ ਮਿੰਨੀ ਐਮਰਜੈਂਸੀ ਜਿਹੜੀ ਆ ਉਹ ਲਾ ਕੇ ਲੋਕਾਂ ਨੂੰ ਹਰਾਸ ਕੀਤਾ ਜਾ ਰਿਹਾ, ਜਦ ਕਿ ਲੋਕ ਜਿਹੜੇ ਆ ਹਰ ਪਾਸਿਓਂ ਅੱਜ ਉਹ ਦੁਖੀ ਨਜ਼ਰ ਆ ਰਹੇ।